ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਦਾ, ਜਿਸ ਨੇ ਇੱਕ ਵਾਰ ਫਿਰ ਸਾਨੂੰ ਮੀਟਿੰਗ ਵਿਦ ਗॉड ਟੀਮ ਵੱਲੋਂ ਮੌਕਾ ਦਿੱਤਾ ਕਿ ਅਸੀਂ ਪਰਮੇਸ਼ਵਰ ਦੇ ਜਿਉਂਦੇ ਵਚਨਾਂ ਵਿੱਚੋਂ ਤੁਹਾਡੇ ਨਾਲ ਕੁਝ ਵਚਨ ਵੰਡ ਸਕੇ। ਲਾਈਫ ਵਿਦ ਜੀਸਸ ਕ੍ਰਾਈਸਟ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਸਾਡੀ ਟੀਮ ਦੀ ਇਹ ਦਿਲ ਦੀ ਇੱਛਾ ਹੈ ਕਿ ਤੁਹਾਨੂੰ ਪਰਮੇਸ਼ਵਰ ਦੇ ਵਚਨਾਂ ਦਾ ਸਹੀ ਅਭਿਸ਼ੇਕ ਸਹੀ ਟਾਈਮ 'ਤੇ ਭੇਜਿਆ ਜਾਵੇ। ਇਸੇ ਹੀ ਕੰਮ ਦੇ ਵਿੱਚ ਸਾਡੀ ਟੀਮ ਰੁੱਝੀ ਹੋਈ ਹੈ ਔਰ ਇਸ ਕੰਮ ਨੂੰ ਅੱਗੇ ਵਧਾਉਣ ਦੇ ਲਈ ਪਰਮੇਸ਼ਵਰ ਦੇ ਅੱਗੇ ਤੁਹਾਡੇ ਲਈ ਨਿਤ ਪ੍ਰਾਰਥਨਾ ਕਰਦੀ ਹੈ। ਆਓ ਅੱਜ ਦੀ ਵੀਡੀਓ ਵਿੱਚ ਅਸੀਂ ਵੇਖਦੇ ਹਾਂ ਬੱਚੇ ਅਤੇ ਮਾਪਿਆਂ ਦੇ ਇੱਕ ਦੂਜੇ ਦੇ ਪ੍ਰਤੀ ਕੀ ਫਰਜ਼ ਹਨ। ਸਭ ਤੋਂ ਪਹਿਲਾਂ ਅਸੀਂ ਇਸ ਚੀਜ਼ ਦੀ ਜਾਣਕਾਰੀ ਹਾਸਲ ਕਰਦੇ ਹਾਂ ਕਿ ਫਰਜ਼ ਹੁੰਦੇ ਕੀ ਹਨ। ਫਰਜ਼ ਦੀ ਕੋਈ ਮੰਗ ਨਹੀਂ ਕੀਤੀ ਜਾਂਦੀ। ਇਹ ਇਨਸਾਨ ਦੇ ਅੰਦਰੋਂ ਇੱਕ ਅੰਤਰ ਆਤਮਾ ਦੀ ਨਿਕਲੀ ਹੋਈ ਆਵਾਜ਼ ਹੈ, ਜਿਸ ਆਵਾਜ਼ ਨੂੰ ਸੁਣ ਕੇ ਹਰੇਕ ਵਿਅਕਤੀ ਨੇ ਜੋ ਦੂਜੇ ਵਿਅਕਤੀ ਦੇ ਪ੍ਰਤੀ ਫਰਜ਼ ਬਣਦੇ ਹਨ ਉਹਨਾਂ ਨੂੰ ਪੂਰਾ ਕਰਨਾ ਹੈ, ਕਿਉਂਕਿ ਇਸ ਸੰਸਾਰ ਦੇ ਵਿੱਚ ਹਰੇਕ ਵਿਅਕਤੀ ਦੇ ਦੂਸਰਿਆਂ ਦੇ ਨਾਲ ਕੁਝ ਨਜ਼ਦੀਕੀ ਸੰਬੰਧ ਹੁੰਦੇ ਹਨ। ਜਿੱਥੇ ਨਜ਼ਦੀਕੀ ਸੰਬੰਧ ਹੁੰਦੇ ਹਨ ਉੱਥੇ ਫਰਜ਼ਾਂ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਜੇਕਰ ਇਨਸਾਨ ਆਪਣੇ ਫਰਜ਼ਾਂ ਨੂੰ ਅੱਜ ਭੁੱਲਦਾ ਹੈ ਫਿਰ ਇਨਸਾਨ ਅਤੇ ਪਸ਼ੂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਆਓ ਅੱਜ ਅਸੀਂ ਇਹਨਾਂ ਗੱਲਾਂ ਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖੀਏ। ਹੁਣ ਜਰਾ ਸੋਚੋ, ਤੁਸੀਂ ਇਸ ਧਰਤੀ ਉੱਤੇ ਹੋ, ਇਹ ਵੀ ਕਿਸੇ ਨੇ ਬਣਾਈ ਹੈ, ਉਸ ਦੇ ਪ੍ਰਤੀ ਵੀ ਸਾਡਾ ਕੋਈ ਨਾ ਕੋਈ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਆਪਣੇ ਅੰਤਰ ਆਤਮਾ ਦੇ ਵਿੱਚੋਂ ਉਸ ਦੀ ਆਵਾਜ਼ ਦੇ ਬਾਰੇ ਸੋਚੀਏ। ਇਬਰਾਨੀਆਂ 3:4 ਦੇ ਵਿੱਚ ਲਿਖਿਆ ਹੈ, ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ, ਪਰ ਜਿਹਨੇ ਸਭੋ ਕੁਝ ਬਣਾਇਆ ਉਹ ਪਰਮੇਸ਼ਵਰ ਹੈ। ਇਸ ਦਾ ਭਾਵ ਪਰਮੇਸ਼ਵਰ ਨੇ ਸਭ ਕੁਝ ਬਣਾਉਣ ਤੋਂ ਬਾਅਦ ਇਨਸਾਨ ਨੂੰ ਵੀ ਬਣਾਇਆ ਹੈ। ਹੁਣ ਜੇਕਰ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦੇ ਫਰਜ਼ ਇਨਸਾਨ ਦੇ ਪ੍ਰਤੀ ਵੀ ਹਨ। ਪਰਮੇਸ਼ਵਰ ਬਿਨਾਂ ਪੱਖਪਾਤ ਤੋਂ ਹਰੇਕ ਇਨਸਾਨ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹਨ, ਜਿਵੇਂ ਕਿ ਇਨਸਾਨ ਨੂੰ ਸਾਹ ਦੇਣਾ, ਇਨਸਾਨ ਨੂੰ ਰੋਟੀ ਦੇਣਾ, ਹਰ ਰੋਜ਼ ਰੋਸ਼ਨੀ ਦੇਣਾ, ਹਰ ਆਹਾਰ ਦਾ ਇੰਤਜ਼ਾਮ ਕਰਨਾ, ਸਾਡੇ ਲਈ ਪਾਣੀ ਦਾ ਇੰਤਜ਼ਾਮ ਕੀਤਾ, ਸਾਨੂੰ ਸਰੀਰਕ ਸ਼ਕਤੀ ਪਰਮੇਸ਼ਵਰ ਦਿੰਦੇ ਹਨ। ਇਹ ਸਾਰੀਆਂ ਚੀਜ਼ਾਂ ਪਰਮੇਸ਼ਵਰ ਆਪਣਾ ਫਰਜ਼ ਸਮਝਦੇ ਹੋਏ ਦਿੰਦੇ ਨੇ ਔਰ ਪਰਮੇਸ਼ਵਰ ਕੋਈ ਵੀ ਇਸ ਦੇ ਪ੍ਰਤੀ ਹੁਕਮ ਦੀ ਮੰਗ ਨਹੀਂ ਕਰਦੇ। ਇੱਥੇ ਸਾਡਾ ਅੰਦਰਲਾ ਆਤਮਾ ਜਿਹੜਾ ਹਰ ਇੱਕ ਇਨਸਾਨ ਨੂੰ ਇਹ ਆਵਾਜ਼ ਦਿੰਦਾ ਹੈ ਕਿ ਤੇਰੇ ਪਰਮੇਸ਼ਵਰ ਦੇ ਪ੍ਰਤੀ ਕੁਝ ਫਰਜ਼ ਹਨ। ਜਿਵੇਂ ਅਯੂਬ 32:8 ਵਿੱਚ ਲਿਖਿਆ ਹੈ, ਪਰੰਤੂ ਮਨੁੱਖ ਵਿੱਚ ਇੱਕ ਆਤਮਾ ਹੈ ਅਤੇ ਸਰਬ ਸ਼ਕਤੀਮਾਨ ਦਾ ਸਾਹ ਉਹਨਾਂ ਨੂੰ ਸਮਝ ਦਿੰਦਾ ਹੈ। ਜੇਕਰ ਇਸ ਵਚਨ ਦੇ ਪ੍ਰਤੀ ਦੇਖੀਏ, ਸਾਡਾ ਸਾਹ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਚੱਲਦਾ ਹੈ। ਅਸੀਂ ਧਰਤੀ 'ਤੇ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਰਹਿੰਦੇ ਹਾਂ ਔਰ ਪਰਮੇਸ਼ਵਰ ਦਾ ਆਤਮਾ ਹੀ ਹਰ ਇੱਕ ਇਨਸਾਨ ਨੂੰ ਸਮਝ ਦੇ ਰਾਹ ਪਾਉਂਦਾ ਹੈ। ਹੁਣ ਹਰੇਕ ਇਨਸਾਨ ਨੇ ਆਪਣੇ ਅੰਤਰ ਆਤਮਾ ਤੋਂ ਇਹ ਪੁੱਛਣਾ ਹੈ ਕਿ ਧਰਤੀ ਦੇ ਉੱਤੇ ਰਹਿੰਦੇ ਹੋਏ ਜੇਕਰ ਪਰਮੇਸ਼ਵਰ ਸਾਡੇ ਲਈ ਇੰਨਾ ਕੁਛ ਕਰਦਾ ਹੈ ਤਾਂ ਸਾਡੇ ਵੀ ਪਰਮੇਸ਼ਵਰ ਦੇ ਪ੍ਰਤੀ ਫਰਜ਼ ਬਣਦੇ ਹਨ। ਬਹੁਤ ਸਾਰੇ ਲੋਕ ਪਰਮੇਸ਼ਵਰ ਦੇ ਹੁਕਮ ਮੰਨ ਕੇ ਜਾਂ ਪਰਮੇਸ਼ਵਰ ਦੇ ਰਾਜ ਦੀ ਮਹਿਮਾ ਕਰਕੇ ਇਸ ਤੋਂ ਸੰਤੁਸ਼ਟ ਇਸ ਲਈ ਹੋ ਜਾਂਦੇ ਨੇ, ਉਹ ਇਹ ਸੋਚਦੇ ਨੇ ਕਿ ਇਸ ਦੀ ਬਜਾਏ ਸਾਨੂੰ ਪਰਮੇਸ਼ਵਰ ਬਰਕਤ ਦੇਵੇ, ਸਾਨੂੰ ਵਧਾਵੇ। ਵਧਾਉਣਾ ਔਰ ਸਾਨੂੰ ਬਰਕਤ ਦੇਣਾ ਉਹ ਪਰਮੇਸ਼ਵਰ ਦਾ ਫਰਜ਼ ਹੈ ਔਰ ਸਾਨੂੰ ਆਪਣੇ ਫਰਜ਼ਾਂ ਦੇ ਪ੍ਰਤੀ ਜਾਗਰਤ ਹੋਣਾ ਹੈ। ਜੇਕਰ ਅਸੀਂ ਇਹ ਮੰਨੀਏ ਕਿ ਮੈਂ ਸਹੀ ਚੱਲਦਾ ਹਾਂ, ਮੈਂ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦਾ ਹਾਂ, ਮੈਂ ਪਰਮੇਸ਼ਵਰ ਦਾ ਆਗਿਆਕਾਰ ਹਾਂ, ਇਹਨਾਂ ਕੰਮਾਂ ਦੇ ਕਾਰਨ ਪਰਮੇਸ਼ਵਰ ਬਰਕਤ ਦਿੰਦਾ ਹੈ, ਅਜਿਹਾ ਸੋਚਣਾ ਇਹ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ। ਕਿਉਂਕਿ ਸਭ ਤੋਂ ਵੱਧ ਬਰਕਤ ਪਾਇਆ ਹੋਇਆ ਇਨਸਾਨ ਅਬਰਾਹਮ, ਜਿਸ ਨੂੰ ਧਰਮੀਆਂ ਦਾ ਪਿਤਾ ਕਿਹਾ ਜਾਂਦਾ ਹੈ, ਉਸ ਦੇ ਜੀਵਨ ਬਾਰੇ ਥੋੜ੍ਹਾ ਅਸੀਂ ਵਚਨ ਦੇ ਵਿੱਚੋਂ ਵੇਖਦੇ ਹਾਂ। ਹੁਣ ਅਸੀਂ ਦੇਖਦੇ ਹਾਂ ਰੋਮੀਆਂ 4
ਵਚਨ 4 ਅਧਿਆਏ ਦੇ ਤੀਸਰੇ ਵਚਨ ਤੋਂ। ਕਿਉਂ ਜੋ ਧਰਮ ਪੁਸਤਕ ਕੀ ਕਹਿੰਦਾ ਹੈ, ਇਹ ਜੋ ਅਬਰਾਹਮ ਨੇ ਪਰਮੇਸ਼ਵਰ ਦੀ ਪ੍ਰਤੀਤ ਕੀਤੀ, ਇਹ ਉਹਦੇ ਲਈ ਧਰਮ ਗਿਣੀ ਗਈ। ਫਿਰ 6 ਵਚਨ ਦੇ ਵਿੱਚ ਲਿਖਿਆ ਹੈ, ਜਿਵੇਂ ਦਾਊਦ ਵੀ ਉਸ ਮਨੁੱਖ ਨੂੰ ਧੰਨ ਆਖਦਾ ਹੈ ਜਿਹਦੇ ਲਈ ਪਰਮੇਸ਼ਵਰ ਕਰਨੀਆਂ ਦੇ ਬਾਝੋਂ ਧਰਮ ਗਿਣ ਲੈਂਦਾ ਹੈ। ਅਜ਼ੀਜ਼ੋ, ਸਾਡਾ ਧਰਮ ਸਾਡੀਆਂ ਕਰਨੀਆਂ ਦੇ ਉੱਤੇ ਨਿਰਭਰ ਨਹੀਂ, ਸਾਡੀ ਨਿਹਚਾ ਦੇ ਉੱਤੇ ਨਿਰਭਰ ਹੈ। ਅਬਰਾਹਮ ਦੀ ਬਰਕਤ ਇਸ ਕਾਰਨ ਨਹੀਂ ਸੀ ਕਿ ਉਹ ਆਗਿਆਕਾਰ ਬਣਿਆ, ਇਸ ਕਾਰਨ ਸੀ ਅਬਰਾਹਮ ਨੇ ਪਰਮੇਸ਼ਵਰ ਦੇ ਫਰਜ਼ਾਂ ਨੂੰ ਪਹਿਚਾਨਿਆ। ਉਤਪਤ 26 ਦੇ 4 ਤੇ 5 ਵਚਨ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ, ਅਰ ਮੈਂ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਵਾਂਗ ਵਧਾਵਾਂਗਾ, ਅਰ ਮੈਂ ਤੇਰੀ ਅੰਸ਼ ਨੂੰ ਇਹ ਸਾਰੇ ਦੇਸ਼ ਦਿਆਂਗਾ, ਅਰ ਤੇਰੀ ਅੰਸ਼ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਕਿਉਂ ਜੋ ਅਬਰਾਹਮ ਨੇ ਮੇਰੀ ਆਵਾਜ਼ ਨੂੰ ਸੁਣਿਆ ਅਰ ਮੇਰੇ ਫਰਜ਼ਾਂ ਔਰ ਮੇਰੇ ਹੁਕਮਾਂ ਔਰ ਮੇਰੀਆਂ ਵਿਧੀਆਂ ਔਰ ਮੇਰੀਆਂ ਵਿਵਸਥਾ ਦੀ ਪਾਲਣਾ ਕੀਤੀ। ਅਜ਼ੀਜ਼ੋ, ਹੁਕਮਾਂ, ਵਿਧੀਆਂ ਅਤੇ ਵਿਵਸਥਾ, ਇਹਨਾਂ ਸਭ ਤੋਂ ਪਹਿਲਾਂ ਫਰਜ਼ ਆਉਂਦੇ ਨੇ। ਅਬਰਾਹਮ ਨੇ ਪਰਮੇਸ਼ਵਰ ਦੇ ਪ੍ਰਤੀ ਜੋ ਫਰਜ਼ ਬਣਦੇ ਸੀ ਉਹਨਾਂ ਨੂੰ ਪਰਮੇਸ਼ਵਰ ਦੇ ਪ੍ਰਤੀ ਅਬਰਾਹਮ ਨੇ ਪੂਰਾ ਕੀਤਾ। ਅਜ਼ੀਜ਼ੋ, ਜੇਕਰ ਅੱਜ ਅਸੀਂ ਸੰਸਾਰ ਦੇ ਵਿੱਚ ਇਹ ਵੇਖਦੇ ਹਾਂ ਕਿ ਸੰਸਾਰ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਆ ਚੁੱਕੀਆਂ ਹਨ, ਇਸ ਦਾ ਅਰਥ ਅਸੀਂ ਕੀ ਕੱਢ ਸਕਦੇ ਹਾਂ? ਇਸ ਦਾ ਅਰਥ ਅਸੀਂ ਇਹੀ ਕੱਢ ਸਕਦੇ ਹਾਂ ਕਿ ਲੋਕ ਹੁਕਮਾਂ, ਵਿਧੀਆਂ ਅਤੇ ਵਿਵਸਥਾ 'ਤੇ ਚੱਲਦੇ ਨੇ, ਪਰ ਪਰਮੇਸ਼ਵਰ ਦੀ ਆਵਾਜ਼, ਜੋ ਪਰਮੇਸ਼ਵਰ ਦੇ ਫਰਜ਼ ਆ, ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹੁਣ ਅਸੀਂ ਵੇਖਦੇ ਹਾਂ ਅੱਜ ਦੇ ਸੰਸਾਰ ਦੇ ਹਾਲਾਤ ਕਿਵੇਂ ਦੇ ਨੇ। ਇਹ ਦੂਸਰਾ ਤਮੋਥੀਅਸ ਉਸ ਦੇ 3 ਅਧਿਆਏ ਦੇ ਪਹਿਲੇ 3 ਵਚਨਾਂ ਦੇ ਵਿੱਚ ਲਿਖੇ ਹੋਏ ਹਨ। ਪਰ ਇਹ ਜਾਣ ਛੱਡ ਭਾਈ, ਅੰਤ ਦੀਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ, ਕਿਉਂ ਜੋ ਮਨੁੱਖ ਆਪ ਸਵਾਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ਼, ਹੰਕਾਰੀ, ਕੁਫਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਸ਼ੁਕਰੇ, ਅਪਵਿੱਤਰ, ਨਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ਵਰ ਦੇ ਨਹੀਂ ਸਗੋਂ ਭੋਗ ਵਿਲਾਸ ਦੇ ਪ੍ਰੇਮੀ ਹੋਣਗੇ। ਇਹ ਗੱਲਾਂ ਜੋ ਮੈਂ ਬੋਲੀਆਂ ਹਨ, ਤੁਸੀਂ ਅੰਦਾਜ਼ਾ ਲਗਾਓ, ਇਹ ਅੱਜ ਸੰਸਾਰ ਦੇ ਵਿੱਚ ਨਜ਼ਰ ਆ ਰਹੀਆਂ ਹਨ, ਪਰਿਵਾਰ ਦੇ ਵਿੱਚ ਨਜ਼ਰ ਆ ਰਹੀਆਂ ਹਨ। ਅਸੀਂ ਸਿਰਫ ਅੱਜ ਦੇ ਟੌਪਿਕ ਦੇ ਅਨੁਸਾਰ ਸਿਰਫ ਪਰਿਵਾਰ ਦੀ ਗੱਲ ਕਰਦੇ ਹਾਂ। ਪਰਿਵਾਰ ਦੇ ਵਿੱਚ ਬੱਚਿਆਂ ਅਤੇ ਮਾਪਿਆਂ ਦੇ ਇੱਕ ਦੂਜੇ ਦੇ ਪ੍ਰਤੀ ਫਰਜ਼ ਹਨ, ਅਸੀਂ ਉਹਨਾਂ 'ਤੇ ਗੌਰ ਕਰਾਂਗੇ। ਜੇਕਰ ਅੱਜ ਕਿਸੇ ਪਰਿਵਾਰ ਦੀ ਤਰੱਕੀ ਅਤੇ ਨਿਰਮਾਣ ਵਿੱਚ ਕੁਝ ਗੜਬੜ ਹੈ ਤਾਂ ਪਰਿਵਾਰ ਅੰਦਰ ਫਰਜ਼ਾਂ ਦੀ ਘਾਟ ਹੈ। ਆਓ ਅੱਜ ਪਵਿੱਤਰ ਵਚਨਾਂ ਵਿੱਚੋਂ ਬੱਚਿਆਂ ਅਤੇ ਮਾਪਿਆਂ ਦੇ ਪ੍ਰਤੀ ਫਰਜ਼ਾਂ 'ਤੇ ਧਿਆਨ ਦੇਈਏ ਤਾਂ ਕਿ ਮਸੀਹੀ ਪਰਿਵਾਰ ਚੰਗੇ ਅਤੇ ਤੰਦਰੁਸਤ ਹੋ ਜਾਣ। ਜਦੋਂ ਅਸੀਂ ਪਰਮੇਸ਼ਵਰ ਦੀ ਲਿਖਤ ਅਪਸੀਆਂ ਦੇ ਵਿੱਚ ਦੇਖਦੇ ਹਾਂ, ਇਸ ਦੇ 6 ਅਧਿਆਏ ਤੋਂ 1 ਤੋਂ 3 ਵਚਨ ਤੱਕ, ਇਸ ਵਿੱਚ ਸੰਤ ਪਾਲੂਸ ਪਹਿਲਾਂ ਬੱਚਿਆਂ ਦੀ ਗੱਲ ਕਰਦੇ ਹਨ। ਹੇ ਬਾਲਕੋ, ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ, ਕਿਉਂ ਜੋ ਇਹ ਧਰਮ ਦੀ ਗੱਲ ਹੈ ਕਿ ਤੂੰ ਆਪਣੇ ਮਾਂ ਪਿਓ ਦਾ ਆਦਰ ਕਰ, ਭਾਈ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਬੀ ਹੋਵੇ। ਇਹ ਵਾਅਦੇ ਨਾਲ ਪਹਿਲਾ ਹੁਕਮ ਹੈ। ਅਸੀਂ ਇਹ ਦੇਖਦੇ ਹਾਂ ਕਿ ਪਰਮੇਸ਼ਵਰ ਦਾ ਦਾਸ ਪਹਿਲਾਂ ਮਾਂ ਪਿਓ ਨੂੰ ਨਹੀਂ, ਪਹਿਲਾਂ ਬੱਚਿਆਂ ਨੂੰ ਤਾਕੀਦ ਕਰਦਾ ਹੈ ਕਿ ਬੱਚੇ ਮਾਂ ਬਾਪ ਦਾ ਆਦਰ ਕਰਨ, ਉਹਨਾਂ ਦੀ ਆਗਿਆ ਦਾ ਪਾਲਣ ਕਰਨ। ਮਾਂ ਬਾਪ ਦੇ ਵੱਲੋਂ ਇਹਨਾਂ ਗੱਲਾਂ ਦੀ ਬੱਚਿਆਂ ਨੂੰ ਡਿਮਾਂਡ ਨਹੀਂ ਕੀਤੀ ਜਾਂਦੀ, ਬੱਚਿਆਂ ਦਾ ਅੰਤਰ ਆਤਮਾ ਹੀ ਇਹ ਗੱਲਾਂ ਸਮਝਣ ਨੂੰ ਔਰ ਇਹ ਗੱਲਾਂ ਪੂਰੀਆਂ ਕਰਨ ਨੂੰ ਕੰਪੈਲ ਕਰੇ। ਕਿਉਂਕਿ ਜਿਵੇਂ ਆਪਾਂ ਪਹਿਲਾਂ ਬਿਆਨ ਕਰ ਦਿੱਤਾ ਹੈ ਕਿ ਫਰਜ਼ਾਂ ਦੀ ਡਿਮਾਂਡ ਨਹੀਂ ਕੀਤੀ ਜਾਂਦੀ, ਇਸੇ ਤਰ੍ਹਾਂ ਮਾਂ ਬਾਪ ਬੱਚਿਆਂ ਦੇ ਕੋਲੋਂ
ਕੋਈ ਡਿਮਾਂਡ ਨਹੀਂ ਕਰਦਾ, ਪਰ ਪਰਮੇਸ਼ਵਰ ਦਾ ਵਚਨ ਮਾਂ-ਬਾਪ ਦਾ ਆਦਰ ਕਰਨ ਨੂੰ ਤੇ ਆਗਿਆਕਾਰੀ ਕਰਨ ਨੂੰ ਬਿਆਨ ਕਰਦਾ ਹੈ। ਜੇਕਰ ਅੱਜ ਦੇ ਦਿਨ ਬੱਚੇ ਇਸ ਆਵਾਜ਼ ਨੂੰ ਸੁਣ ਲੈਣ ਤਾਂ 3 ਕੰਮ ਬੱਚਿਆਂ ਦੇ ਜੀਵਨ ਦੇ ਵਿੱਚ ਪੂਰੇ ਹੋ ਜਾਣਗੇ। ਨੰਬਰ 1, ਬੱਚੇ ਧਰਮ ਦੀਆਂ ਗੱਲਾਂ, ਧਰਮ ਦਾ ਸਬਕ ਘਰ ਤੋਂ ਹੀ ਸਿੱਖ ਜਾਂਦੇ ਹਨ। ਨੰਬਰ 2, ਬੱਚਿਆਂ ਦਾ ਪੂਰੀ ਉਮਰ ਭਲਾ ਹੀ ਹੁੰਦਾ ਹੈ। ਨੰਬਰ 3, ਧਰਤੀ ਉੱਤੇ ਬੱਚਿਆਂ ਦੀ ਉਮਰ ਲੰਬੀ ਹੁੰਦੀ ਹੈ। ਇਸ ਲਈ ਪਰਿਵਾਰ ਨੂੰ ਚੰਗਾ ਤੇ ਸਿਹਤਮੰਦ ਬਣਾਉਣ ਦੇ ਲਈ ਬੱਚਿਆਂ ਨੂੰ ਆਪਣੇ ਮਾਂ-ਬਾਪ ਦੇ ਪ੍ਰਤੀ ਫਰਜ਼ਾਂ ਦੇ ਲਈ ਜਾਗਰਤ ਹੋਣਾ ਹੈ। ਇਹ ਪਰਮੇਸ਼ਵਰ ਦਾ ਵਚਨ ਬਿਆਨ ਕਰਦਾ ਹੈ। ਇਸ ਤੋਂ ਬਾਅਦ ਅਪਸੀਆਂ 6:4 ਦੇ ਵਿੱਚ ਪਰਮੇਸ਼ਵਰ ਮਾਤਾ ਪਿਤਾ ਨੂੰ ਵੀ ਬਿਆਨ ਕਰਦੇ ਹਨ ਆਪਣੇ ਦਾਸ ਸੰਤ ਪੌਲੁਸ ਦੇ ਦੁਆਰਾ, ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ, ਸਗੋਂ ਪ੍ਰਭੂ ਦੀ ਸਿੱਖਿਆ ਅਤੇ ਮੱਤ ਦੇ ਕੇ ਉਹਨਾਂ ਦੀ ਪਾਲਣਾ ਕਰੋ। ਇਸ ਜਗ੍ਹਾ 'ਤੇ ਲਿਖਿਆ ਕਿ ਮਾਂ-ਬਾਪ ਨੂੰ ਬੱਚਿਆਂ ਦਾ ਕ੍ਰੋਧ ਨਹੀਂ ਭੜਕਾਉਣਾ ਚਾਹੀਦਾ। ਇਹਦਾ ਅਰਥ ਕੀ ਆ ਕਿ ਬੱਚਿਆਂ ਦਾ ਮਾਪਦੰਡ ਔਰ ਲੈਵਲ ਪਹਿਚਾਣ ਕੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ, ਤਾਂ ਕਿ ਬੱਚੇ ਮਾਂ-ਬਾਪ ਦੀ ਸਖਤਾਈ ਵੇਖ ਕੇ ਕਿਤੇ ਆਪਣੇ ਜੀਵਨ ਤੋਂ ਮਨ ਨਾ ਹਾਰ ਜਾਣ। ਔਰ ਦੂਸਰੇ ਸ਼ਬਦਾਂ ਦੇ ਵਿੱਚ ਮੈਂ ਇਹ ਕਹਿ ਸਕਦਾ ਹਾਂ ਕਿ ਬੱਚਿਆਂ ਨੂੰ ਹਮੇਸ਼ਾ ਇਨਕਰੇਜਮੈਂਟ ਦੇ ਸ਼ਬਦ ਬੋਲਣੇ ਚਾਹੀਦੇ ਹਨ, ਉਹਨਾਂ ਦਾ ਹੌਸਲਾ ਵਧਾਉਂਦੇ ਰਹਿਣਾ ਚਾਹੀਦਾ, ਉਹਨਾਂ ਨੂੰ ਐਪਰੀਸ਼ੀਏਟ ਕਰਦੇ ਜਾਣਾ ਚਾਹੀਦਾ ਹੈ, ਉਹ ਵੀ ਸਿਰਫ ਚੰਗੇ ਕੰਮਾਂ ਦੇ ਲਈ। ਕਿਉਂਕਿ ਕੁਲਸੀਆਂ 3:22 ਦੇ ਵਿੱਚ ਵੀ ਪਰਮੇਸ਼ਵਰ ਦਾ ਦਾਸ ਇਹੀ ਆਖਦੇ ਹਨ, ਹੇ ਪਿਤਾਓ, ਤੁਸੀਂ ਆਪਣੇ ਬਾਲਕਾਂ ਨੂੰ ਨਾ ਖਿਜਾਓ, ਭਾਈ ਉਹ ਕਿਤੇ ਮਨ ਨਾ ਹਾਰ ਦੇਣ। ਇਸ ਦਾ ਸਾਫ਼ ਭਾਵ ਇਹ ਹੈ ਕਿ ਸਾਨੂੰ ਬੱਚਿਆਂ ਦੀਆਂ ਭਾਵਨਾਵਾਂ ਨੂੰ ਜਾਣਨਾ ਤੇ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮਾਂ-ਬਾਪ ਦੇ ਲਈ ਪਰਮੇਸ਼ਵਰ ਦਾ ਵਚਨ ਬਿਆਨ ਕਰਦਾ ਹੈ ਕਿ ਪ੍ਰਭੂ ਦੇ ਵਚਨ ਦੀ ਸਿੱਖਿਆ ਬੱਚਿਆਂ ਨੂੰ ਦੇਣੀ ਅਤਿ ਜ਼ਰੂਰੀ ਹੈ, ਕਿਉਂਕਿ ਪਰਮੇਸ਼ਵਰ ਹੀ ਹੈ ਜਿਸ ਨੇ ਬੱਚਿਆਂ ਨੂੰ ਅੱਛਾ ਮਾਂ-ਬਾਪ ਦਿੱਤਾ ਹੈ। ਸੋ ਮਾਂ-ਬਾਪ ਸਿੱਖਿਆ ਵਾਲੇ ਫਰਜ਼ ਨੂੰ ਬੱਚਿਆਂ ਦੇ ਪ੍ਰਤੀ ਕਦੇ ਨਾ ਭੁੱਲੇ। ਫਿਰ ਸਿੱਖਿਆ ਦੇ ਸੋਰਸ ਕਈ ਹਨ। ਅੱਜ ਕੱਲ੍ਹ ਮੋਬਾਈਲ ਤੋਂ ਵੀ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਹੈ, ਸਕੂਲਾਂ ਤੋਂ ਵੀ ਸਿੱਖਿਆ ਮਿਲਦੀ ਹੈ, ਔਰ ਅਲੱਗ-ਅਲੱਗ ਸਿੱਖਿਆ ਦੀਆਂ ਏਜੰਸੀਆਂ ਹਨ। ਪਰ ਮਾਤਾ ਪਿਤਾ ਨੂੰ ਪਰਮੇਸ਼ਵਰ ਦੇ ਵਚਨ ਨੇ ਇੱਕ ਹੋਰ ਕੰਮ ਦਿੱਤਾ ਹੈ। ਅਪਸੀਆਂ ਦੇ ਵਿੱਚ 6 ਅਧਿਆਏ ਦੇ 4 ਵਚਨ ਦੇ ਵਿੱਚ ਮਾਂ-ਬਾਪ ਦੇ ਪ੍ਰਤੀ ਇਹ ਕਿਹਾ, ਬੱਚਿਆਂ ਨੂੰ ਮੱਤ ਦਿਓ। ਮੱਤ ਅਤੇ ਸਿੱਖਿਆ ਦਾ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ। ਮੱਤ ਦਾ ਭਾਵ ਇਹ ਕਿ ਜਦੋਂ ਬੱਚੇ ਬਾਹਰ ਜਾਂਦੇ ਹਨ, ਉਹਨਾਂ ਨੇ ਦੂਸਰਿਆਂ ਦੇ ਨਾਲ ਕਿਵੇਂ ਵਿਹਾਰ ਕਰਨਾ ਹੈ, ਇਸ ਚੀਜ਼ ਨੂੰ ਮੱਤ ਆਖਿਆ ਜਾਂਦਾ ਹੈ। ਜਿਵੇਂ ਕਿ ਉਦਾਹਰਨ ਦੇ ਵਜੋਂ ਜਦੋਂ ਲੜਕੀ ਦੀ ਸ਼ਾਦੀ ਹੁੰਦੀ ਹੈ ਅਤੇ ਅੰਤਮ ਵਿਦਾਇਗੀ ਦੇ ਵੇਲੇ ਜਦੋਂ ਦੁਲਹਨ ਨੂੰ ਤੋਰਿਆ ਜਾਂਦਾ ਹੈ, ਉਸ ਵਕਤ ਲੜਕੀ ਦੀ ਮਾਂ ਲੜਕੀ ਦੇ ਕੰਨ ਵਿੱਚ ਕੁਝ ਆਖਦੀ ਹੈ, ਉਸ ਨੂੰ ਮੱਤ ਕਿਹਾ ਜਾਂਦਾ ਹੈ। ਉਹ ਮੱਤ ਦਾ ਭਾਵ ਇਹ ਹੈ, ਲੜਕੀ ਨੇ ਆਖਰੀ ਦਿਨ ਲੜਕੀ ਦਾ ਘਰ ਦੇ ਵਿੱਚ ਹੁੰਦਾ ਹੈ, ਉਹ ਲੜਕੀ ਨੇ ਘਰ ਛੱਡ ਕੇ ਸਹੁਰੇ ਘਰ ਜਾਣਾ ਹੁੰਦਾ ਹੈ। ਸੋ ਮਾਂ ਉਸ ਨੂੰ ਮੱਤ ਦਿੰਦੀ ਹੈ ਕਿ ਬੇਟੇ, ਮੇਰੇ ਘਰ ਦੇ ਵਿੱਚ ਤੂੰ ਆਪਣੀ ਮਰਜ਼ੀ ਕੀਤੀ ਹੋ ਸਕਦੀ ਹੈ, ਕਈ ਗਲਤੀਆਂ ਕੀਤੀਆਂ ਹੋ ਸਕਦੀਆਂ ਹਨ, ਮੈਂ ਤੇਰੀ ਮਾਂ ਹਾਂ, ਇਸ ਲਈ ਤੈਨੂੰ ਸਾਰੀਆਂ ਗਲਤੀਆਂ ਉਹ ਮਾफ़ ਕਰ ਦਿੰਦੀ ਸੀ। ਪਰ ਅਗਲੇ ਘਰ ਜਦੋਂ ਤੂੰ ਜਾਣਾ ਹੈ, ਉਸ ਜਗ੍ਹਾ 'ਤੇ ਮਾਂ ਨਹੀਂ ਸੱਸ ਹੋਣੀ ਹੈ, ਇਸ ਲਈ ਤੂੰ ਮੇਰੀ ਮੱਤ ਲੈ ਕੇ ਜਾ, ਮੈਨੂੰ ਜ਼ਿੰਦਗੀ ਭਰ ਉਲਾਂਭਾ ਨਹੀਂ ਆਉਣਾ ਚਾਹੀਦਾ। ਅਜ਼ੀਜ਼ੋ, ਇਸ ਨੂੰ ਹੀ ਮੱਤ ਕਿਹਾ ਜਾਂਦਾ ਹੈ, ਜੋ ਘਰ ਤੋਂ ਬਾਹਰ ਦੂਸਰਿਆਂ ਦੇ ਨਾਲ ਕਿਵੇਂ ਅਸੀਂ ਵਿਹਾਰ ਕਰਦੇ ਹਾਂ, ਉਹ ਮੱਤ ਦੇ ਵਿੱਚ ਗੱਲ ਆਉਂਦੀ ਹੈ। ਇਹ ਮਾਂ-ਬਾਪ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਮੱਤ ਸਿਖਾਉਣੀ। ਫਿਰ
ਲੜਕਿਆਂ ਬਾਰੇ ਵੀ ਪਰਮੇਸ਼ਵਰ ਦਾ ਵਚਨ ਬਿਆਨ ਕਰਦਾ ਹੈ ਕਿ ਮਾਂ-ਬਾਪ ਬੱਚਿਆਂ ਨੂੰ ਵੀ, ਲੜਕਿਆਂ ਨੂੰ ਜਦੋਂ ਘਰ ਤੋਂ ਬਾਹਰ ਭੇਜਦੇ ਨੇ, ਉਹਨਾਂ ਨੂੰ ਵੀ ਮੱਤ ਸਿਖਾਉਣ ਕਿ ਦੂਸਰੇ ਲੋਕਾਂ ਦੇ ਨਾਲ ਕਿਵੇਂ ਵਿਹਾਰ ਕਰਨਾ ਹੈ। ਕਹੋ ਤਾਂ 22:15 ਦੇ ਵਿੱਚ ਲਿਖਿਆ ਹੈ, ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਟੀ ਉਹਨੂੰ ਉਸ ਤੋਂ ਦੂਰ ਕਰ ਦਿੰਦੀ ਹੈ। ਫਿਰ ਕਹੋ ਤਾਂ 13:24 ਦੇ ਵਿੱਚ ਲਿਖਿਆ, ਜਿਹੜਾ ਪੁੱਤਰ ਉੱਤੇ ਸ਼ੂਸ਼ਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ। ਫਿਰ ਕਹੋ ਤਾਂ 22:6 ਦੇ ਵਿੱਚ ਲਿਖਿਆ ਹੈ, ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ। ਇਹਨਾਂ ਵਚਨਾਂ ਤੋਂ ਇਹ ਸਿੱਧਾ ਭਾਵ ਹੈ ਕਿ ਪਰਿਵਾਰ ਦੇ ਵਿੱਚ ਮਾਂ-ਬਾਪ ਦੀ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਮੱਤ ਸਿਖਾਉਣੀ। ਇਹੀ ਪਰਮੇਸ਼ਵਰ ਦੇ ਵਚਨ ਦੀ ਇੱਛਾ ਹੈ, ਕਿਉਂਕਿ ਬੱਚੇ ਜਦੋਂ ਘਰ ਤੋਂ ਜਾਂਦੇ ਨੇ ਦੂਸਰੇ ਲੋਕਾਂ ਨਾਲ ਚੰਗਾ ਵਿਹਾਰ ਕਰਨ। ਅਜ਼ੀਜ਼ੋ, ਮਾਰ ਤੇ ਤਾੜ ਦੇ ਵਿੱਚ ਅੰਤਰ ਹੈ। ਮਾਰ ਦਾ ਅਰਥ ਸਜ਼ਾ ਦੇਣਾ ਹੁੰਦਾ ਹੈ, ਤਾੜ ਦਾ ਅਰਥ ਇੱਕ ਜੀਵਨ ਦੇ ਰਾਹ ਦੇ ਵਿੱਚ ਬੱਚਿਆਂ ਨੂੰ ਸਹੀ ਦਸ਼ਾ ਦੇਣਾ ਹੁੰਦਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦਾ ਨਿਚੋੜ ਅਸੀਂ ਇਹੀ ਕੱਢਦੇ ਹਾਂ ਕਿ ਅਗਰ ਘਰ ਦੇ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਲਿਆਉਣੀ ਹੈ ਤਾਂ ਹਰ ਇੱਕ ਜੀਅ ਦਾ ਦੂਸਰੇ ਦੇ ਪ੍ਰਤੀ ਫਰਜ਼ ਬਣਦਾ ਹੈ। ਪਰਿਵਾਰ ਦੇ ਵਿੱਚ ਘਰ ਦੇ ਮੋਢੀ ਮਾਂ-ਬਾਪ ਹਨ। ਮਾਂ-ਬਾਪ ਦਾ ਬੱਚਿਆਂ ਪ੍ਰਤੀ ਫਰਜ਼ ਹੁੰਦਾ ਹੈ ਔਰ ਬੱਚਿਆਂ ਦਾ ਮਾਂ-ਬਾਪ ਦੇ ਪ੍ਰਤੀ ਫਰਜ਼ ਹੁੰਦਾ ਹੈ। ਜਦੋਂ ਸਾਰੇ ਅਸੀਂ ਇੱਕ ਦੂਜੇ ਦੇ ਫਰਜ਼ਾਂ ਨੂੰ ਸਮਝਦੇ ਹਾਂ ਅਤੇ ਨਿਭਾਉਂਦੇ ਹਾਂ ਅਤੇ ਪਰਮੇਸ਼ਵਰ ਵੱਲੋਂ ਅਬਰਾਹਮ ਦੀ ਤਰ੍ਹਾਂ ਬਰਕਤ ਆਪਣੇ ਆਪ ਸਾਡੇ ਘਰ ਦੇ ਉੱਤੇ ਆ ਜਾਂਦੀ ਹੈ। ਸੋ ਇਹਨਾਂ ਵਚਨਾਂ ਦੇ ਨਾਲ ਮੈਂ ਤੁਹਾਡੇ ਲਈ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਜਦੋਂ ਤੁਸੀਂ ਪਰਿਵਾਰ ਦੇ ਵਿੱਚ ਇਹਨਾਂ ਵਚਨਾਂ ਨੂੰ ਪੂਰਾ ਕਰੋਗੇ ਤਾਂ ਪਰਮੇਸ਼ਵਰ ਤੁਹਾਡੇ ਪਰਿਵਾਰ ਨੂੰ ਚਮਕਾਏਗਾ, ਉੱਚਾ ਕਰੇਗਾ ਔਰ ਤੁਸੀਂ ਪਰਮੇਸ਼ਵਰ ਦੇ ਨਾਲ ਮਸੀਹ ਦੇ ਵਿੱਚ ਰਾਜ ਕਰਨ ਵਾਲੇ ਹੋ ਜਾਓਗੇ। ਮੇਰੇ ਵੱਲੋਂ ਔਰ ਮੇਰੇ ਪਰਿਵਾਰ ਵੱਲੋਂ ਔਰ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਜੈ ਮਸੀਹ ਦੀ। ਪਰਮੇਸ਼ਵਰ ਤੁਹਾਡੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਦੇਵੇ।